Hello students, welcome back to my YouTube channel. So let's start next questions of NCERT from question number 7 to 10. So ਅਸੀਂ class 10th ਦਾ ਬੱਚੇ chapter number 12 ਦੇ next question discuss ਕਰਨ ਜਾ ਰਹੇ ਹਾਂ. So 7th question ਦੇਖੋ, ठीक है. 7th question है the value of current I flowing in a given resistor for the corresponding value of the potential difference V. सो ਤੁਹਾਡੇ ਬੱਚੇ ਆਹ ਵਾਲੀ ਵੈਲਿਊਜ਼ ਆਲਰੇਡੀ ਗਿਵਨ ਆ, ਤੁਹਾਨੂੰ ਗ੍ਰਾਫ ਬਣਾਉਣ ਦੇ ਲਈ ਕਿਹਾ ਗਿਆ ਆ, ਠੀਕ ਹੈ. ਸੋ ਸਭ ਤੋਂ ਪਹਿਲਾਂ ਬੱਚੇ ਤੁਸੀਂ ਇੱਕ ਗ੍ਰਾਫ ਪੇਪਰ ਲੈ ਲਓ. ਅਗਰ ਤੁਹਾਡੇ ਕੋਲ ਗ੍ਰਾਫ ਪੇਪਰ ਨਹੀਂ ਆ ਤਾਂ ਤੁਸੀਂ ਆਪਣੀ ਕਾਪੀ 'ਤੇ ਡਰਾ ਕਰ ਸਕਦੇ ਹਾਂ, ਬਟ ਅਦਰਵਾਈਜ਼ ਤੁਹਾਨੂੰ ਗ੍ਰਾਫ ਪੇਪਰ ਦੇ ਉੱਪਰ ਹੀ ਇਹ ਡਰਾ ਕਰਨਾ ਪਏਗਾ, ਠੀਕ ਹੈ. ਸੋ ਸਭ ਤੋਂ ਪਹਿਲਾਂ ਇੱਕ ਗ੍ਰਾਫ ਪੇਪਰ ਲੈ ਲਓ ਔਰ ਦੋ ਲਾਈਨਸ ਲਗਾ ਲਓ, ਇੱਕ ਇਸ ਡਾਇਰੈਕਸ਼ਨ 'ਚ ਔਰ ਇੱਕ ਇਸ ਡਾਇਰੈਕਸ਼ਨ 'ਚ. ਦਿਸ ਇਜ਼ ਐਕਸ ਐਕਸਿਸ ਐਂਡ ਦਿਸ ਇਜ਼ ਵਾਈ ਐਕਸਿਸ. ਬੱਚੇ ਐਕਸ ਐਕਸਿਸ ਦੇ ਉੱਪਰ ਅਸੀਂ ਲਿਖਾਂਗੇ ਵੋਲਟੇਜ. ਤੁਹਾਡੀ ਮਰਜ਼ੀ ਆ, ਤੁਸੀਂ ਆਹ ਵਾਲਾ ਡਿਫਰੈਂਸ 1 2 3 4 5 6 ਇੱਦਾਂ ਵੀ ਲਿਖ ਸਕਦੇ ਹਾਂ. ਅਗਰ ਤੁਸੀਂ 2 4 6 8 10 12 14 ਦੀ ਤਰ੍ਹਾਂ ਲਿਖਣਾ ਚਾਹੁੰਦੇ ਤਾਂ ਇੱਦਾਂ ਵੀ ਲਿਖ ਸਕਦੇ ਹਾਂ, ਠੀਕ ਹੈ. ਸਿਮਿਲਰਲੀ ਕਰੰਟ ਦੇਖੋ, ਸਾਨੂੰ ਘੱਟੋ ਘੱਟ 0.5 ਤੋਂ ਲੈ ਕੇ ਵੱਧ ਤੋਂ ਵੱਧ 4 ਤੱਕ ਰੀਡਿੰਗ ਚਾਹੀਦੀ ਆ. ਇਹਦਾ ਮਤਲਬ ਅਗਰ ਤੁਸੀਂ 1 2 ਲਿਖੋਗੇ ਤਾਂ ਵੀ ਚੱਲੇਗਾ, 1 2 3 4 ਅਪ ਟੂ 5 ਤੱਕ ਲਿਖ ਲੈਣਾ, ਠੀਕ ਹੈ. ਹੁਣ ਦੇਖੋ ਉਹਨਾਂ ਨੇ ਕਿਹਾ ਜਦੋਂ ਤੁਹਾਡੀ ਕਰੰਟ ਦੀ ਵੈਲਿਊ 0.5 ਆ ਤਾਂ ਵੋਲਟੇਜ 1.6 ਆ. ਸਭ ਤੋਂ ਪਹਿਲਾਂ ਅੰਪੇਅਰ ਚੈੱਕ ਕਰੋ. ਦੇਖੋ ਆ ਇੱਥੇ ਤੱਕ ਕੀ ਆ 1, ਇਹਦਾ ਮਤਲਬ ਅੱਧਾ ਕਿੰਨਾ ਹੋਏਗਾ 0.5. ਆ ਕਿੰਨਾ ਆ 0.5. ਤਾਂ ਵੋਲਟੇਜ ਕਿੰਨੀ ਆ 1.6. 1.6 ਮਤਲਬ ਬੱਚੇ 1 ਤੇ 2 ਦੇ ਬਿਲਕੁਲ ਵਿਚਕਾਰ ਲੈ ਲਓ, 1.5 ਲੈ ਲਓ, ਠੀਕ ਹੈ. ਸੋ ਆ ਤੁਹਾਡਾ 1 ਸੀ, ਆਹ ਵਾਲੀ ਡੰਡੀ ਤੁਹਾਡੀ 2 ਆ. ਸੋ ਦੋਨਾਂ ਦੇ ਬਿਲਕੁਲ ਸੈਂਟਰ 'ਚ ਲੈ ਲਓ, ਉਹ ਤੁਹਾਡਾ ਕਿੰਨਾ ਹੋ ਗਿਆ 1.5. ਮਤਲਬ ਫਸਟ ਪੁਆਇੰਟ ਸਾਨੂੰ ਪਤਾ ਲੱਗ ਗਿਆ ਕੀ ਆ ਰਿਹਾ, ਠੀਕ ਹੈ. ਸੈਕਿੰਡ ਪੁਆਇੰਟ ਦੇਖੋ, ਉਹਨਾਂ ਨੇ ਕਿਹਾ ਜਿਹੜੀ ਅੰਪੇਅਰ ਆ ਉਹ 1 ਆ. ਅੰਪੇਅਰ ਕਿੰਨਾ ਆ 1 ਅਤੇ ਵੋਲਟੇਜ ਕਿੰਨੀ ਆ 3.4. ਸੋ 3.4 ਦੀ ਬਜਾਏ ਤੁਸੀਂ 3.5 ਹੀ ਲੈ ਲਓ. ਉਹ ਕਿੰਨਾ ਆ ਬੱਚੇ 3 ਸੀ, ਆ 4 ਸੀ. 3 ਔਰ 4 ਦੇ ਬਿਲਕੁਲ ਸੈਂਟਰ 'ਚ ਲੈ ਲਓ. ਸੋ ਆ ਸਾਨੂੰ ਸੈਕਿੰਡ ਪੁਆਇੰਟ ਪਤਾ ਲੱਗ ਗਿਆ. ਸਿਮਿਲਰਲੀ ਨੈਕਸਟ ਪੁਆਇੰਟ. ਸੋ 5 ਪੁਆਇੰਟਸ ਆਉਣਗੇ. ਤੁਸੀਂ ਇਹਨੂੰ ਡਰਾ ਕਰਕੇ ਦੇਖਣਾ ਕਿ ਬਾਅਦ ਵਿੱਚ ਆਪਣਾ ਸਕੇਲ ਰੱਖ ਕੇ ਦੇਖਣਾ ਕਿ ਇਹ ਬਿਲਕੁਲ ਸਟ੍ਰੇਟ ਲਾਈਨ ਆ ਰਹੀ ਆ, ਠੀਕ ਹੈ. ਬੱਚੇ ਓਮਸ ਲਾਅ ਦਾ ਮਤਲਬ ਹੀ ਇਹ ਆ ਜਿਹੜਾ ਅਸੀਂ V=IR ਪੜ੍ਹਿਆ ਆ ਕਿ ਜਿਹੜਾ ਤੁਹਾਡਾ ਗ੍ਰਾਫ ਬਣਦਾ ਹੈ ਉਹ ਬਿਲਕੁਲ ਸਟ੍ਰੇਟ ਲਾਈਨ ਆਉਂਦੀ ਆ, ਸਿੱਧੀ ਲਾਈਨ ਆਉਂਦੀ ਆ. ਸੋ ਕਰਵ ਅਸੀਂ ਕਿੱਦਾਂ ਪਤਾ ਕਰਾਂਗੇ? ਹੁਣ ਦੇਖੋ ਕਰਵ ਪਤਾ ਕਰਨ ਦੇ ਲਈ ਅਸੀਂ ਕੀ ਕਰਨਾ ਬੱਚੇ, ਸਲੋਪ ਪਤਾ ਕਰਨ ਦੇ ਲਈ ਸਾਨੂੰ ਇੱਕ ਪਰਟੀਕੂਲਰ ਪੁਆਇੰਟ ਚੱਕਣਾ, ਕੋਈ ਇੱਕ ਪਰਟੀਕੂਲਰ ਪੁਆਇੰਟ ਚੂਜ਼ ਕਰਨਾ ਪੈਣਾ. ਤੁਹਾਡੀ ਮਰਜ਼ੀ ਆ ਬੱਚੇ, ਆਹ 5 ਪੁਆਇੰਟਸ ਆ ਸਾਡੇ, 5 ਪੁਆਇੰਟਸ ਦੇ ਵਿੱਚੋਂ ਕੋਈ ਵੀ ਇੱਕ ਪੁਆਇੰਟ ਚੂਜ਼ ਕਰ ਲਓ. ਮੰਨ ਲਓ ਅਸੀਂ ਲਾਸਟ ਪੁਆਇੰਟ ਚੂਜ਼ ਕਰਨ ਲੱਗੇ ਹਾਂ. ਇਸ ਟਾਈਮ ਇੱਥੇ ਵੈਲਿਊ ਕਿੰਨੀ ਆ 4 ਅਤੇ ਨੀਚੇ ਵੈਲਿਊ ਕਿੰਨੀ ਆ 13.2, ਠੀਕ ਹੈ. ਇਹਦਾ ਮਤਲਬ 4 ਨੂੰ 13.2 ਨਾਲ ਡਿਵਾਈਡ ਕੀਤਾ ਤਾਂ ਸਾਡਾ ਆਨਸਰ ਆ ਗਿਆ 0.303. ਸਿਮਿਲਰਲੀ ਤੁਸੀਂ ਮੰਨ ਲਓ ਜੇ 2 ਲੈ ਰਹੇ ਹਾਂ ਤਾਂ ਉਹਨੂੰ ਡਿਵਾਈਡ ਕਰਨਾ ਪਏਗਾ 6.7 ਦੇ ਨਾਲ, ਠੀਕ ਹੈ. ਸੋ 2 ਡਿਵਾਈਡਡ ਬਾਈ 6.7 ਤਾਂ ਆਲਮੋਸਟ ਸਾਰੇ ਤਾਂ ਸੇਮ ਆਨਸਰ ਆ ਰਿਹਾ ਹੋਣਾ. ਇਹਦਾ ਮਤਲਬ ਤੁਸੀਂ ਕੋਈ ਵੀ ਪੁਆਇੰਟ ਚੂਜ਼ ਕਰ ਸਕਦੇ ਹਾਂ, ਜ਼ਰੂਰੀ ਨਹੀਂ ਆ ਕਿ ਜਿਹੜਾ ਇੱਥੇ ਬੁੱਕ ਵਿੱਚ ਦਿੱਤਾ ਹੈ ਤੁਸੀਂ ਉਹੀ ਕਰਨਾ. ਦੈਨ ਰੈਜ਼ਿਸਟੈਂਸ ਦੀ ਵੈਲਿਊ ਕਿੱਦਾਂ ਪਤਾ ਕਰਨੀ ਆ? 1 ਡਿਵਾਈਡਡ ਬਾਈ ਸਲੋਪ ਤੁਹਾਡੀ ਕਿੰਨੀ ਨਿਕਲੀ ਆ 0.303. ਸੋ ਇਹਨੂੰ ਡਿਵਾਈਡ ਕਰੋਗੇ ਤਾਂ 3.3 ਓਮ ਤੁਹਾਡੀ ਜਿਹੜੀ ਆ ਰੈਜ਼ਿਸਟੈਂਸ ਵੈਲਿਊ ਆ ਜਾਏਗੀ. ਕਲੀਅਰ ਹੋ ਗਿਆ? ਸੋ ਇਹ ਨਿੱਕਾ ਜਿਹਾ ਆਰਟੀਕਲ ਸੀ, ਛੋਟਾ ਜਿਹਾ ਕੁਐਸਚਨ ਸੀ ਬੱਚੇ, ਘੱਟ ਇੰਪੋਰਟੈਂਟ ਆ, ਪੇਪਰ ਵਿੱਚ ਚਾਂਸਿਸ ਘੱਟ ਹੈ ਇਹਨਾਂ ਦੇ ਆਉਣ ਦੇ, ਠੀਕ ਹੈ. ਸੋ ਇਟਸ ਕੁਐਸਚਨ ਦੇਖੋ, ਵੈਨ ਅ 12 ਵੋਲਟ ਬੈਟਰੀ, ਮਤਲਬ ਤੁਹਾਨੂੰ ਵੋਲਟੇਜ ਗਿਵਨ ਆ, ਇਸ ਕਨੈਕਟਡ ਟੂ ਅਕਰੋਸ ਐਨ ਅਨਨੋਨ ਰੈਜ਼ਿਸਟੈਂਸ, ਇੱਕ ਰੈਜ਼ਿਸਟੈਂਸ ਦੇ ਨਾਲ ਜੋੜਿਆ ਹੋਇਆ ਜਿਹਦੀ ਸਾਨੂੰ ਵੈਲਿਊ ਨਹੀਂ ਪਤਾ. ਦੇਰ ਇਜ਼ ਅ ਕਰੰਟ 2.5 ਮਿਲੀ ਅੰਪੇਅਰ. ਸਾਨੂੰ ਆਈ ਦੀ ਵੈਲਿਊ ਪਤਾ ਆ. ਆਈ ਬੱਚੇ ਮਿਲੀ ਅੰਪੇਅਰ 'ਚ ਨਹੀਂ ਚਾਹੀਦਾ, ਸਾਨੂੰ ਅੰਪੇਅਰ ਵਿੱਚ ਚਾਹੀਦਾ. ਸੋ 2.5 ਮਲਟੀਪਲਾਈ ਬਾਈ 10⁻³ -3, ਠੀਕ ਹੈ. ਮਿਲੀ ਤੋਂ ਅੰਪੇਅਰ ਵਿੱਚ ਕਨਵਰਟ ਕਰ ਦਿੱਤਾ. ਫਾਈਂਡ ਦਾ ਵੈਲਿਊ ਆਫ ਰੈਜ਼ਿਸਟੈਂਸ, ਇਹਦਾ ਮਤਲਬ ਅਸੀਂ ਆਰ ਦੀ ਵੈਲਿਊ ਪਤਾ ਕਰਨੀ. ਸੋ ਸਾਨੂੰ ਓਮਸ ਲਾਅ ਪਤਾ. ਓਮਸ ਲਾਅ ਕੀ ਕਹਿੰਦਾ? V=IR. ਇਹਦਾ ਮਤਲਬ ਆਰ ਇੱਧਰ ਹੀ ਪਿਆ ਰਹਿਣ ਦਿਓ, ਆਈ ਉਹਦੇ ਪੈਰਾਂ 'ਚ ਲੈ ਜਾਓ. V ਦੀ ਵੈਲਿਊ ਬੱਚੇ ਤੁਹਾਨੂੰ ਕਿੰਨੀ ਗਿਵਨ ਆ 12, ਠੀਕ ਹੈ. ਆ ਗਿਆ 12 ਡਿਵਾਈਡਡ ਬਾਈ 2.5 ਇੰਟੂ 10⁻³ ਜਦੋਂ ਆ ਸਾਰੇ ਨੂੰ ਸੋਲਵ ਕਰੋਗੇ ਤਾਂ ਬੱਚੇ ਤੁਹਾਡੇ ਤੋਂ ਆਨਸਰ ਆ ਜਾਏਗਾ 4800 ਓਮ, ਠੀਕ ਹੈ ਜੀ. ਸੋ ਬੱਚੇ ਨੂੰ ਸੋਲਵ ਕਰਕੇ ਦੇਖ ਲੈਣਾ. ਅਗਰ ਨਹੀਂ ਸੋਲਵ ਹੋਏਗਾ ਤਾਂ ਤੁਸੀਂ ਪੁੱਛ ਵੀ ਸਕਦੇ ਆ. ਬੱਚੇ ਸੋਲਵ ਜਦੋਂ ਵੀ ਕਰੋਗੇ ਪਹਿਲਾਂ ਡੈਸੀਮਲ ਹਟਾ ਲੈਣਾ. ਡੈਸੀਮਲ 1 ਪੁਆਇੰਟ ਹਟਾਉਂਗੇ ਤਾਂ ਉੱਤੇ ਆ ਜਾਏਗਾ 10. ਆ ਰਿਹਾ 10⁻³ ਇਹਨੂੰ ਉੱਪਰ ਲੈ ਕੇ ਜਾਓਗੇ ਤਾਂ ਪੋਜ਼ੀਟਿਵ ਦੇ 3 ਹੋ ਜਾਣਗੇ, ਠੀਕ ਹੈ ਜੀ. ਸੋ 12 ਨੂੰ ਬੱਚੇ 25 ਨਾਲ ਪਹਿਲਾਂ
डिवाइड करके देखो, ਤੁਹਾਡਾ आंसर आ जाएगा 4.08 इंटू 10 रेज़ टू दी पावर 4.8 इंटू 10 रेज़ टू दी पावर, when bases are same then powers are added, so आ जाएगा 4.8 इंटू 10 रेज़ टू दी पावर, सॉरी बच्चे ਇਹਦਾ आंसर आ रहा है 0.48 इंटू 10 रेज़ टू दी पावर 3। ठीक है, जो बच्चे ओम ਅਸੀਂ आर निकाल रहे आर ਕਿਹਦੇ ਵਿੱਚ ਅਸੀਂ फाइंड आउट ਕੀਤਾ ਆ, ਓਮਸ ਦੇ ਵਿੱਚ। ਰੈਜ਼ਿਸਟੈਂਸ ਦੇ ਯੂਨਿਟ ਹੁੰਦੇ ਓਮ। ਠੀਕ ਹੈ, ਅਗਰ ਤੁਸੀਂ ਇੱਕ ਪੁਆਇੰਟ ਸ਼ਿਫਟ ਕਰ ਦਿੰਦੇ ਤਾਂ ਸਾਡਾ ਆਂਸਰ ਆ ਜਾਏਗਾ 4.8, ਕਿਉਂਕਿ ਇੱਕ ਅਸੀਂ ਵਧਾ ਦਿੱਤਾ ਪੁਆਇੰਟ। ਠੀਕ ਹੈ, ਸੋ ਕਿੰਨਾ ਆ ਜਾਏਗਾ, सॉरी बच्चे आ वैन बेसिस आर सेम दैन पावर्स आर एडिड। ठीक है, तो 4 आ जाएगा, एक असी शिफ्ट कर दिता पॉइंट तो इधर आ जाऊगा 3 ओम। ठीक है, अगर तुम इत्थे तक भी सॉल्व करके आने तो भी तुहाडा आंसर बिल्कुल सही होएगा। क्लीयर है, सेम ही बच्चे तुहाडा कह लो पंजाबी मीडियम दे विच भी सेम आ। आर दी वैल्यू असी प्रतिरोधक फाइंड आउट किया V/I, तो वैल्यू सॉल्व कीतियां तो इस तरीके नाल आ गया 10⁻³ का मतलब हुंदा किलो, तो असी इत्थे लिख दिता किलो ओम। ठीक है जी, अगे बच्चे 9th क्वेश्चन देखो, अ बैटरी ऑफ 9 वोल्ट, इसका मतलब वोल्टेज कितनी गिवन आ 9। ठीक है, कनैक्टेड इन सीरीज़ ऑफ रजिस्टेंस, देखो बच्चे सानू 5 रजिस्टेंस गिवन आ, सो एक हल्की जी डायग्राम बना के उन्होंने एक्सप्लेन कर दिता गया भी इस तरह ना डायग्राम बनूगी। हाउ मच करंट विल फ्लो थ्रो 12 ओम, 12 ओम दी विचों कितना करंट फ्लो होएगा, इसका मतलब सिर्फ और सिर्फ 12 की गल की गई है। सब तो पहला तो बच्चे रजिस्टेंस, सारिया रजिस्टेंस ऐड कर दो, किद्दां ऐड करांगे 0.2 0.3 0.4 0.5 तो लास्ट विच आ गया 12। 5 + 4 9 9 ते 3 12 12 ते 2 14, सो 1 गया कैरी दे विच, तो आ गया 13.4 ओम। क्लीयर हो गया बच्चे, आर दी वैल्यू कितना ही असी सारी दी सारी रजिस्टेंस ऐड करके लिख दिता 13.14। उन्होंने करंट की वैल्यू पता करने को क्या, करंट किद्दां पता करना, ओम्स लॉ की कहता V = IR, इसका मतलब I पता करनी है V/R, सो फॉर्मूला लगाता V/R। V थोड़ी कितनी आ 9 वोल्टेज, तो आर तुसी हुणे सॉल्व करके हटे 13.4, सो इनू सॉल्व करके देख लो बच्चे, आ तुहाडा आंसर आ जाएगा। सेम ही तुहाडा जिहड़ा आ पंजाबी मीडियम दे विच आ, सारिया रजिस्टेंस नूं पहले ऐड कर दिता, दैन फॉर्मूला लगा के तुहाडा मेन आंसर आ जाएगा। अज दा बच्चे लास्ट क्वेश्चन देखो, हाउ मैनी 176 ओम रजिस्टर आर कनैक्टेड टू कैरी 5 एम्पेयर ऑन 220 वोल्ट, कहंदे किन्ने रजिस्टर जिहड़े आ ओह कैरी कर सकदा आ। ठीक है, असी आर पता करनी आ, सो बच्चे फॉर्मूला आ, उन्होंने क्या पैरलल जोड़े तो किन्ने बड़े जोड़े आ, तो मतलब 1/r' कि आएगा 1/r + 1/r अप टू n, n का मतलब किन्ने बड़े जोड़े आ, सो इनू कट्ठा करांगे तो कितना आ जाएगा n/r, इसका मतलब r' का आंसर कितना आ गया r/n। ठीक है, दैन सानू करंट की वैल्यू पता V/r', V की वैल्यू असी की आ उत्थे नंबर ऑफ रजिस्टेंस लगे तो असी उन्होंने n दे नाल मल्टीप्लाई कर दिता, सो असी n फाइंड आउट करना है, आ वाला r उधर लै गया, आ गया IR/V। सो बच्चे आ सारिया वैल्यूज़ गिवन आ, I भी सानू गिवन आ 5, R की वैल्यू गिवन आ 176 और V की वैल्यू कितनी आ 220। बच्चे आ सारे नू सॉल्व करके देख लो, तुहाडा आंसर आ जाएगा 4। ठीक है जी, सो सिंपल जिहा न्यूमैरिकल सी छोटा जिहा। अगर किसी मैथमैटिकली पोर्शन च ना कुछ समझ आया हो तो बच्चे तुसी पुछ सकते हैं। ठीक है, सेम ही पंजाबी मीडियम दे विच आ, सारे दी सारियां रजिस्टेंस उन्होंने की किया पैरलल जोड़ दित्तियां, सो उन्होंने डायरैक्ट वैल्यू पुट कर दी 176 जिद्दां इंग्लिश मीडियम च किया बच्चे तुसी उद्दां भी डायरैक्ट कर सकते हैं, एंड च उही टर्म आ जाएगी। सो इस तरीके नाल उन्होंने सॉल्व किया होया आ। अगर तुसी इंग्लिश मीडियम दे वांगू कर लोगे बच्चे, वो छोटा जिहा ही आ, तो इदां डायरैक्ट कर लो तो ज़्यादा ईजी आ। ठीक है, सो ये 5 क्वेश्चन च बच्चे किसी तरह की कोई प्रॉब्लम हो या कुछ ना समझ लग्या हो तो तुसी पुछ सकते हैं। थैंक यू सो मच।